ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਅੱਜ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ। ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਅਭਿਆਸ ਟੈਸਟ ਲਈ ਲਿੰਕ ਸੈਂਡ ਕੀਤਾ ਜਾਵੇਗਾ, ਜਿਸ ਨੂੰ ਤੁਸੀਂ ਜਾ ਕੇ ਅਭਿਆਸ ਟੈਸਟ ਜ਼ਰੂਰ ਕਰਨਾ ਔਰ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ। ਵੱਧ ਤੋਂ ਵੱਧ ਲੋਕਾਂ ਤੱਕ ਇਸ ਟੈਸਟ ਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਕਦੋਂ ਬਣਨਾ ਆਰੰਭ ਹੋਇਆ? 9 ਦਸੰਬਰ 1946, 26 ਦਸੰਬਰ 1946, 26 ਜਨਵਰੀ 1947, 26 ਫਰਵਰੀ 1950। ਤਾਂ ਸਹੀ ਉੱਤਰ ਹੈ ਜੀ 9 ਦਸੰਬਰ 1946 ਈਸਵੀ ਨੂੰ ਜਿਹੜਾ ਭਾਰਤੀ ਸੰਵਿਧਾਨ ਬਣਨਾ ਆਰੰਭ ਹੋਇਆ। ਪ੍ਰਸ਼ਨ ਨੰਬਰ 2 ਵਿੱਚ ਹੈ, ਸੰਵਿਧਾਨ ਇੱਕ ਮੌਲਿਕ ਡੈਸ਼ ਦਸਤਾਵੇਜ਼ ਹੈ, ਗੈਰ ਕਾਨੂੰਨੀ, ਲਾਜ਼ਮੀ, ਕਾਨੂੰਨੀ ਜਾਂ ਜ਼ਰੂਰੀ। ਤਾਂ ਸਹੀ ਉੱਤਰ ਹੈਗਾ ਜੀ ਕਾਨੂੰਨੀ ਦਸਤਾਵੇਜ਼ ਹੈ। ਸੰਵਿਧਾਨ ਇੱਕ ਕੀ ਹੈ? ਕਾਨੂੰਨੀ ਦਸਤਾਵੇਜ਼ ਹੈ। ਪ੍ਰਸ਼ਨ ਨੰਬਰ 3 ਦੇ ਵਿੱਚ, ਦੇਸ਼ ਦੀ ਸਰਕਾਰ ਦਾ ਸੰਚਾਲਨ ਡੈਸ਼ ਦੁਆਰਾ ਕੀਤਾ ਜਾਂਦਾ ਹੈ, ਪੰਚਾਇਤ ਦੁਆਰਾ, ਰਾਸ਼ਟਰਪਤੀ ਦੁਆਰਾ, ਪ੍ਰਧਾਨ ਮੰਤਰੀ ਦੁਆਰਾ ਜਾਂ ਸੰਵਿਧਾਨ ਦੁਆਰਾ। ਤਾਂ ਸਹੀ ਉੱਤਰ ਆਏਗਾ ਜੀ ਇੱਥੇ ਸੰਵਿਧਾਨ ਦੁਆਰਾ ਜਿਹੜਾ ਦੇਸ਼ ਦੀ ਸਰਕਾਰ ਦਾ ਜਿਹੜਾ ਸੰਚਾਲਨ ਕੀਤਾ ਜਾਂਦਾ ਹੈ। ਪ੍ਰਸ਼ਨ ਨੰਬਰ 4 ਦੇ ਵਿੱਚ ਹੈ, ਸਾਡੇ ਦੇਸ਼ ਦਾ ਸੰਵਿਧਾਨ ਬਣਾਉਣ ਵਾਲੀ ਸੰਵਿਧਾਨਿਕ ਕਮੇਟੀ ਦੇ ਪ੍ਰਧਾਨ ਕੌਣ ਸਨ? ਡਾਕਟਰ BR ਅੰਬੇਦਕਰ, ਡਾਕਟਰ ਰਾਜਿੰਦਰ ਪ੍ਰਸਾਦ, ਪੰਡਿਤ ਜਵਾਹਰ ਲਾਲ ਨਹਿਰੂ ਜੀ। ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਹੀ ਉੱਤਰ ਹੈ ਜੀ ਡਾਕਟਰ ਰਾਜਿੰਦਰ ਪ੍ਰਸਾਦ ਜੀ। ਇਸ ਸੰਵਿਧਾਨਕ ਕਮੇਟੀ ਦੇ ਪ੍ਰਧਾਨ ਸਨ, ਇੱਕ ਗੱਲ ਇੱਥੇ ਨੋਟ ਕਰ ਲਿਓ, ਡਾਕਟਰ BR ਅੰਬੇਦਕਰ ਜੀ ਜਿਹੜੇ ਉਹ ਮਸੂਦਾ ਕਮੇਟੀ ਜਿਹੜੀ ਬਣਾਈ ਗਈ ਸੀ 7 ਮੈਂਬਰਾਂ ਦੀ, ਉਹਦੇ ਪ੍ਰਧਾਨ ਸਨ। ਪ੍ਰਸ਼ਨ ਨੰਬਰ 5 ਦੇ ਵਿੱਚ ਹੈ, ਭਾਰਤੀ ਸੰਵਿਧਾਨ ਬਣਾਉਣ ਵਾਲੀ ਮਸੂਦਾ ਕਮੇਟੀ ਦੇ ਕਿੰਨੇ ਮੈਂਬਰ ਸਨ? 299, 399, 7, 9। ਤਾਂ ਸਹੀ ਉੱਤਰ ਆਏਗਾ ਜੀ 7 ਮੈਂਬਰ ਸਨ ਮਸੂਦਾ ਕਮੇਟੀ ਦੇ, ਜਿਸ ਦੇ ਪ੍ਰਧਾਨ ਅਸੀਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾਂ ਡਾਕਟਰ BR ਅੰਬੇਦਕਰ ਜੀ ਸਨ। ਖਰੜਾ ਕਮੇਟੀ ਵੀ ਬੋਲਦੇ ਸੀ ਜਿਸ ਨੂੰ। ਪ੍ਰਸ਼ਨ ਨੰਬਰ 6 ਵਿੱਚ ਹੈ, ਭਾਰਤੀ ਸੰਵਿਧਾਨ ਤਿਆਰ ਕਰਨ ਲਈ ਕੁੱਲ ਕਿੰਨੇ ਸਮਾਗਮ ਜਾਂ ਸੰਮੇਲਨ ਹੋਏ? 15, 12, 11 ਜਾਂ 10। ਤਾਂ ਸਹੀ ਉੱਤਰ ਆਏਗਾ ਜੀ ਕੁੱਲ 11 ਸਮਾਗਮ ਹੋਏ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਦੇ ਵਿੱਚ। ਭਾਰਤੀ ਸੰਵਿਧਾਨ ਤਿਆਰ ਹੋਣ ਵਿੱਚ ਕੁੱਲ ਕਿੰਨਾ ਸਮਾਂ ਲੱਗਾ? 2 ਸਾਲ 12 ਮਹੀਨੇ 18 ਦਿਨ, 2 ਸਾਲ 11 ਮਹੀਨੇ 17 ਦਿਨ, 2 ਸਾਲ 11 ਮਹੀਨੇ 18 ਦਿਨ, 2 ਸਾਲ 10 ਮਹੀਨੇ 18 ਦਿਨ। ਤਾਂ ਸਹੀ ਉੱਤਰ ਆਏਗਾ 2 ਸਾਲ 11 ਮਹੀਨੇ 18 ਦਿਨ ਦਾ ਜਿਹੜਾ ਸਮਾਂ, ਲਗਭਗ 3 ਸਾਲ ਵੀ ਕਹਿ ਸਕਦੇ ਹਾਂ। 2 ਸਾਲ 11 ਮਹੀਨੇ 18 ਦਿਨ ਦਾ ਜਿਹੜਾ ਸਮਾਂ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਲੱਗਾ। ਭਾਰਤੀ ਮੂਲ ਸੰਵਿਧਾਨ ਦੇ ਸੰਬੰਧ ਵਿੱਚ ਹੇਠ ਲਿਖੇ ਵਿੱਚ ਕਿਹੜਾ ਤੱਥ ਸਹੀ ਹੈ? ਮੂਲ ਸੰਵਿਧਾਨ ਕਿ ਜਦੋਂ ਭਾਰਤ ਦਾ ਸੰਵਿਧਾਨ ਪਹਿਲੀ ਵਾਰ ਬਣ ਕੇ ਤਿਆਰ ਹੋਇਆ ਸੀ ਤਾਂ ਉਸ ਦੇ ਸੰਬੰਧ ਵਿੱਚ ਜਿਹੜਾ 26 ਨਵੰਬਰ 1949 ਨੂੰ ਪਾਸ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਮੂਲ ਤੱਥ ਸਹੀ ਕਿਹੜਾ ਤੱਥ ਹੈ ਕਿ ਉਸ ਦੇ 395 ਅਨੁਛੇਦ 22 ਭਾਗ 25 ਅਨੁਸੂਚੀਆਂ ਸਨ, 395 ਅਨੁਛੇਦ 22 ਭਾਗ 22 ਅਨੁਸੂਚੀਆਂ ਸਨ, 395 ਅਨੁਛੇਦ 22 ਭਾਗ 12 ਅਨੁਸੂਚੀਆਂ ਸਨ, 395 ਅਨੁਛੇਦ 22 ਭਾਗ 9 ਅਨੁਸੂਚੀਆਂ ਸਨ। ਤਾਂ ਸਹੀ ਉੱਤਰ ਰਹੇਗਾ ਜੀ 395 ਅਨੁਛੇਦ 22 ਭਾਗ 9 ਅਨੁਸੂਚੀਆਂ ਸਨ। ਪ੍ਰਸ਼ਨ ਨੰਬਰ 9 ਦੇ ਵਿੱਚ ਵਰਤਮਾਨ ਸਮੇਂ ਵਿੱਚ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਹਨ? 9, 10, 11, 12। ਤਾਂ ਸਹੀ ਉੱਤਰ ਹੈ ਜੀ 12 ਅਨੁਸੂਚੀਆਂ ਜੋ ਵਰਤਮਾਨ ਸਮੇਂ ਦੇ ਵਿੱਚ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਹਨ। ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ? 26 ਨਵੰਬਰ 1946, 26 ਜਨਵਰੀ 1950, 26 ਨਵੰਬਰ 1949, 26 ਜਨਵਰੀ 1949। ਤਾਂ ਸਹੀ ਉੱਤਰ ਆਏਗਾ 26 ਨਵੰਬਰ 1949 ਈਸਵੀ ਦੇ ਵਿੱਚ ਜਿਹੜਾ ਭਾਰਤੀ ਸੰਵਿਧਾਨ ਪਾਸ ਹੋਇਆ। ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ? 26 ਜਨਵਰੀ 1949, 26 ਨਵੰਬਰ 1950, 26 ਜਨਵਰੀ 1950, 26 ਜਨਵਰੀ 1947। ਦਾ ਸਹੀ ਉੱਤਰ ਆਏਗਾ ਜੀ 26 ਜਨਵਰੀ 1950 ਈਸਵੀ ਦੇ ਵਿੱਚ ਜਿਹੜਾ ਭਾਰਤੀ ਸੰਵਿਧਾਨ ਲਾਗੂ ਹੋਇਆ। ਪ੍ਰਸ਼ਨ ਨੰਬਰ 12 ਦੇ ਵਿੱਚ ਭਾਰਤੀ ਸੰਵਿਧਾਨ 26 ਜਨਵਰੀ 1900, ਇਹ ਬੜਾ ਹੀ ਮਹੱਤਵਪੂਰਨ, 26 ਜਨਵਰੀ ਨੂੰ ਹੀ ਕਿਉਂ ਲਾਗੂ ਕੀਤਾ ਗਿਆ? ਕਾਰਨ ਕੀ ਸੀ ਇਸ ਦਾ? 26 ਜਨਵਰੀ ਦੀ 1930 ਦੀ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ, ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਸਲਾਹ ਤੇ, ਡਾਕਟਰ BR ਅੰਬੇਦਕਰ ਜੀ ਦੇ ਕਹਿਣ ਤੇ। ਤਾਂ ਸਹੀ ਉੱਤਰ ਹੈ ਜੀ 26 ਜਨਵਰੀ 1930 ਦੀ ਇਤਿਹਾਸਿਕ ਮਹੱਤਤਾ ਕਾਂਗਰਸ ਸੰਮੇਲਨ ਦੇ ਵਿੱਚ ਪਹਿਲੀ ਵਾਰ ਜਿਹੜਾ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਗਿਆ ਸੀ, ਉਸ ਮਹੱਤਤਾ ਨੂੰ ਮੁੱਖ ਰੱਖਦੇ ਹੋਏ 26 ਜਨਵਰੀ 1950 ਨੂੰ ਜਿਹੜਾ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ। ਰਾਸ਼ਟਰ ਦੀ ਏਕਤਾ ਸੰਬੰਧੀ ਸ਼ਬਦ ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਜੋੜੇ ਗਏ? 1976 ਦੀ 41ਵੀਂ ਸੋਧ ਰਾਹੀਂ, 1976 ਦੀ 43ਵੀਂ ਸੋਧ ਰਾਹੀਂ, 1976 ਦੀ 42ਵੀਂ ਸੋਧ ਰਾਹੀਂ, 1976 ਦੀ 44ਵੀਂ ਸੋਧ ਰਾਹੀਂ। ਤਾਂ ਸਹੀ ਉੱਤਰ ਹੈ ਜੀ 1976 ਦੀ 42ਵੀਂ ਸੋਧ ਦੇ ਰਾਹੀਂ ਜਿਹੜੇ ਇਹ ਰਾਸ਼ਟਰ ਦੀ ਏਕਤਾ ਸੰਬੰਧੀ ਸ਼ਬਦ ਆ ਜਿਹੜੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਗਏ। ਪ੍ਰਸ਼ਨ ਨੰਬਰ 14 ਦੇ ਵਿੱਚ ਹੈ ਜੀ, ਭਾਰਤੀ ਸੰਵਿਧਾਨ ਵਿੱਚ ਕਿੰਨੇ ਪ੍ਰਕਾਰ ਦੇ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ? 5, 7, 6, 8। ਤਾਂ ਸਹੀ ਉੱਤਰ ਰਹੇਗਾ ਜੀ 6 ਪ੍ਰਕਾਰ ਦੇ ਜਿਹੜੇ ਮੌਲਿਕ ਅਧਿਕਾਰਾਂ ਦਾ ਵਰਣਨ ਭਾਰਤੀ ਸੰਵਿਧਾਨ ਵਿੱਚ ਕੀਤਾ ਗਿਆ ਹੈ।
विश्व का सब तो लंबा ਅਤੇ विस्तृत संविधान किस देश का है? ਭਾਰਤ, रूस, चीन, जापान। ਤਾਂ सही उत्तर आएगा जी ਸਾਡਾ ਭਾਰਤ ਦੇਸ਼ ਦਾ ਜੋ ਸੰਵਿਧਾਨ ਹੈ ਵਿਸ਼ਵ ਦਾ ਸਭ ਤੋਂ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ ਹੈ। ਸਾਡੇ ਦੇਸ਼ ਦਾ ਅਸਲੀ ਮੁਖੀ ਕੌਣ ਹੁੰਦਾ ਹੈ? ਰਾਸ਼ਟਰਪਤੀ, ਰਾਜਪਾਲ, ਪ੍ਰਧਾਨ ਮੰਤਰੀ, ਨਿਆਂਪਾਲਿਕਾ। ਤਾਂ ਇਸ ਦਾ ਸਹੀ ਉੱਤਰ ਆਏਗਾ ਜੀ ਪ੍ਰਧਾਨ ਮੰਤਰੀ। ਪਰ ਅਗਰ ਅਸੀਂ ਗੱਲ ਕਰੀਏ ਸੰਵਿਧਾਨਿਕ ਮੁਖੀ ਦੀ ਤਾਂ ਅਸੀਂ ਉੱਥੇ ਲਿਖਾਂਗੇ ਕਾਰਜਕਾਰੀ ਜਾਂ ਸੰਵਿਧਾਨਿਕ ਮੁਖੀ ਹੋਊਗਾ ਸਾਡਾ ਰਾਸ਼ਟਰਪਤੀ ਔਰ ਅਸਲੀ ਮੁਖੀਆ ਜੋ ਜਿਸ ਦੇ ਕੋਲ ਜ਼ਿਆਦਾ ਸ਼ਕਤੀਆਂ ਕਹਿ ਲਓ ਹੁੰਦੀਆਂ ਉਹ ਹੁੰਦਾ ਪ੍ਰਧਾਨ ਮੰਤਰੀ। ਪ੍ਰਸ਼ਨ ਨੰਬਰ 17 ਦੇ ਵਿੱਚ ਹੈ ਭਾਰਤੀ ਨਾਗਰਿਕਾਂ ਦੇ 10 ਮੌਲਿਕ ਕਰਤੱਵ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਰਜ ਹਨ? 10 ਮੌਲਿਕ ਕਰਤੱਵ ਜਿਹੜੇ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਰਜ ਹਨ? ਤਾਂ 51A ਯਾਨੀ ਕਿ 51A ਜਿਹੜਾ ਅਨੁਛੇਦ ਆ ਉਸ ਦੇ ਵਿੱਚ ਭਾਰਤੀ ਨਾਗਰਿਕਾਂ ਦੇ 10 ਜਿਹੜੇ ਮੌਲਿਕ ਅਧਿਕਾਰ ਉਹ ਦਰਜ ਕੀਤੇ ਗਏ ਹਨ। ਪ੍ਰਸ਼ਨ ਨੰਬਰ 18 ਦੇ ਵਿੱਚ ਸੰਵਿਧਾਨ ਦੇ ਕਿਹੜੇ ਅਨੁਛੇਦ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਾਪਤ ਹਨ? ਕਿਹੜੇ ਅਨੁਛੇਦ ਰਾਹੀਂ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਜਿਹੜੀਆਂ ਪ੍ਰਾਪਤ ਕੀਤੀਆਂ ਗਈਆਂ ਹਨ? ਤਾਂ 19ਵੇਂ ਜਿਹੜੇ ਅਨੁਛੇਦ ਰਾਹੀਂ ਭਾਰਤੀ ਨਾਗਰਿਕਾਂ ਨੂੰ ਅਲੱਗ-ਅਲੱਗ ਪ੍ਰਕਾਰ ਦੀਆਂ ਸੁਤੰਤਰਤਾਵਾਂ ਜਿਹੜੀਆਂ ਪ੍ਰਾਪਤ ਹਨ। ਪ੍ਰਸ਼ਨ ਨੰਬਰ 19 ਦੇ ਵਿੱਚ ਹੈ ਜੀ ਭਾਰਤੀ ਸੰਵਿਧਾਨ ਵਿੱਚ ਵਰਜਿਤ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹਨ? ਇੰਗਲੈਂਡ, ਆਇਰਲੈਂਡ, ਅਮਰੀਕਾ, ਰੂਸ। ਤਾਂ ਸਹੀ ਉੱਤਰ ਹੈ ਆਇਰਲੈਂਡ ਦੇ ਜਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਵੱਖ-ਵੱਖ ਦੇਸ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਸਾਡੇ ਦੇਸ਼ ਦਾ ਸੰਵਿਧਾਨ ਤਿਆਰ ਕੀਤਾ ਗਿਆ। ਤਾਂ ਇਸ ਤਰ੍ਹਾਂ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨ ਤੋਂ ਕੁਛ ਨਾ ਕੁਛ ਗੁਣ ਆ ਜਿਹੜੇ ਸਾਡੇ ਸੰਵਿਧਾਨ ਵਿੱਚ ਸ਼ਾਮਲ ਕੀਤੇ ਗਏ। ਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਗੱਲ ਕਰੀਏ ਤਾਂ ਆਇਰਲੈਂਡ ਤੋਂ ਪ੍ਰੇਰਿਤ ਹਨ। ਪ੍ਰਸ਼ਨ ਨੰਬਰ 20 ਦੇ ਵਿੱਚ ਹੈ ਭਾਰਤ ਵਿੱਚ 10 ਸਾਲ ਤੱਕ ਦੀ ਉਮਰ ਦੇ ਬੱਚੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਕੀਤੀ ਗਈ। 13 ਸਾਲ, 14 ਸਾਲ, 15 ਸਾਲ ਜਾਂ 18 ਸਾਲ। ਤਾਂ ਸਹੀ ਉੱਤਰ ਆਏਗਾ 14 ਸਾਲ ਤੱਕ ਦੀ ਉਮਰ ਦੇ ਬੱਚੇ ਦੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਕੀਤੀ ਗਈ ਹੈ। ਪ੍ਰਸ਼ਨ ਨੰਬਰ 21 ਦੇ ਵਿੱਚ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮੂਲ ਆਧਾਰ ਕੀ ਹੈ? ਯਾਨੀ ਕਿ ਇਹਨਾਂ ਦੇ ਪਿੱਛੇ ਮੂਲ ਕਿਹੜੀ ਸ਼ਕਤੀ ਹੈ? ਕਾਨੂੰਨੀ ਸ਼ਕਤੀ ਹੈ, ਸੀਮਤ ਸ਼ਕਤੀ ਹੈ, ਨੈਤਿਕ ਸ਼ਕਤੀ ਹੈ ਜਾਂ ਸੈਨਿਕ ਸ਼ਕਤੀ ਹੈ? ਤਾਂ ਸਹੀ ਉੱਤਰ ਹੈ ਜੀ ਇਹਨਾਂ ਦੇ ਪਿੱਛੇ ਨੈਤਿਕ ਸ਼ਕਤੀ ਹੈ, ਕੋਈ ਕਾਨੂੰਨੀ ਸ਼ਕਤੀ ਨਹੀਂ ਹੈ, ਨੈਤਿਕ ਸ਼ਕਤੀ ਹੈ। ਪ੍ਰਸ਼ਨ ਨੰਬਰ 22 ਦੇ ਵਿੱਚ ਭਾਰਤੀ ਸੰਵਿਧਾਨ ਦਾ ਸਰੂਪ ਕਿਹੋ ਜਿਹਾ ਹੈ? ਕਠੋਰ ਹੈ, ਲਚਕੀਲਾ ਹੈ, ਕਠੋਰ ਅਤੇ ਲਚਕੀਲਾ ਹੈ। ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਹੀ ਉੱਤਰ ਹੈ ਜੀ ਭਾਰਤੀ ਸੰਵਿਧਾਨ ਕਠੋਰ ਵੀ ਹੈ ਅਤੇ ਲਚਕੀਲਾ ਵੀ ਹੈ। ਪ੍ਰਸ਼ਨ ਨੰਬਰ 23 ਦੇ ਵਿੱਚ ਇੰਗਲੈਂਡ ਦਾ ਸੰਵਿਧਾਨ ਕਿਸ ਤਰ੍ਹਾਂ ਦਾ ਸੰਵਿਧਾਨ ਹੈ? ਕਠੋਰ, ਲਚਕੀਲਾ ਕੋਈ ਨਹੀਂ। ਤਾਂ ਸਹੀ ਉੱਤਰ ਆਏਗਾ ਜੀ ਜੋ ਇੰਗਲੈਂਡ ਦਾ ਸੰਵਿਧਾਨ ਹੈ ਉਹ ਲਚਕੀਲਾ ਸੰਵਿਧਾਨ ਹੈ। ਔਰ ਅਗਰ ਗੱਲ ਕਰੀਏ ਅਮਰੀਕਾ ਦੇ ਸੰਵਿਧਾਨ ਦੀ ਤਾਂ ਉਸ ਤੋਂ ਦਾ ਸੰਵਿਧਾਨ ਕੀ ਹੈ? ਕਠੋਰ ਹੈ। ਕੀ ਭਾਰਤ ਪ੍ਰਭੂਸੱਤਾ ਸੰਪੰਨ ਦੇਸ਼ ਹੈ? ਹਾਂ ਜਾਂ ਨਹੀਂ ਦੇ ਵਿੱਚ ਆਨਸਰ ਦੇਣਾ ਜੀ। ਹਾਂ, ਭਾਰਤ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਹੈ। ਪ੍ਰਭੂਸੱਤਾ ਸੰਪੰਨ ਦੇਸ਼ ਤੋਂ ਭਾਵ ਹੈ ਜੋ ਆਪਣੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਦੇ ਵਿੱਚ ਪੂਰੀ ਤਰ੍ਹਾਂ ਸੁਤੰਤਰ ਹੁੰਦਾ ਹੈ। ਤਾਂ ਸਾਡਾ ਭਾਰਤ ਦੇਸ਼ ਹੈ ਜਿਹੜਾ ਆਪਣੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਦੇ ਵਿੱਚ ਪੂਰੀ ਤਰ੍ਹਾਂ ਸੁਤੰਤਰ ਹੈ, ਇਸ ਲਈ ਭਾਰਤ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਹੈ। ਪ੍ਰਸ਼ਨ ਨੰਬਰ 25 ਦੇ ਵਿੱਚ ਹੈ ਭਾਰਤ ਦੇ ਸੰਸਦੀ ਸਰਕਾਰ ਦਾ ਨਮੂਨਾ ਕਿਸ ਦੇਸ਼ ਤੋਂ ਲਿਆ ਗਿਆ? ਅਮਰੀਕਾ, ਰੂਸ, ਇੰਗਲੈਂਡ, ਜਾਪਾਨ। ਤਾਂ ਸਹੀ ਉੱਤਰ ਹੈ ਜੀ ਇੰਗਲੈਂਡ ਦੇਸ਼ ਦੀ ਸਰਕਾਰ ਤੋਂ ਜਿਹੜਾ ਇਹ ਸੰਵਿਧਾਨ ਤੋਂ ਜਿਹੜਾ ਸੰਸਦੀ ਸਰਕਾਰ ਦਾ ਨਮੂਨਾ ਲਿਆ ਗਿਆ ਹੈ ਜੀ। ਇਸੇ ਤਰ੍ਹਾਂ ਤੁਸੀਂ ਇਹਨਾਂ ਦੇ ਵਿੱਚ ਅਭਿਆਸ ਟੈਸਟ ਜ਼ਰੂਰ ਕਰਿਓ ਔਰ ਅੱਗੇ ਤੋਂ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਹੋਰ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਤਾਂ ਕਿ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚਦੀ ਰਹੇ। ਤੁਹਾਡਾ ਸਾਰਿਆਂ ਦਾ ਸਮੇਂ ਸ਼ੁਭ ਹੋਵੇ। ਧੰਨਵਾਦ ਜੀ।